ਤਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਸਭ ਤੋਂ ਅਹਿਮ ਤੇ ਵੱਡੀ ਖਬਰ ਤੇ ਲਗਾਤਾਰ ਨਿਊਜ਼ 18 ਦੀ ਨਜ਼ਰ ਬਣੀ ਹੋਈ ਹੈ। ਪੰਜਾਬ ਦੀ ਸਿਆਸਤ ਦੇ ਇੱਕ ਧੁਰੇ ਦਾ ਅੰਤ ਹੋ ਗਿਆ ਹੈ ਕਿਉਂਕਿ ਸਭ ਤੋਂ ਪੁਰਾਣਾ ਗੱਠਜੋੜ ਕਹੇ ਜਾਣ ਵਾਲੇ ਅਕਾਲੀ ਬੀਜੇਪੀ ਦੇ ਰਿਸ਼ਤੇ ਦਾ ਅੰਤ ਹੋ ਗਿਆ ਹੈ। ਐਨਡੀਏ ਦੀ ਸਰਕਾਰ ਤੋਂ ਵੱਖ ਹੋ ਗਿਆ ਹੈ ਅਕਾਲੀ ਦਲ। ਭਾਈਵਾਲ ਨਹੀਂ ਰਿਹਾ ਅਕਾਲੀ ਦਲ ਤੇ ਬੀਜੇਪੀ। ਖੇਤੀ ਬਿੱਲਾਂ ਨੂੰ ਸਿੱਧੇ ਤੌਰ ਤੇ ਇਹ ਕਾਰਨ ਅਕਾਲੀ ਦਲ ਦੇ ਵੱਲੋਂ ਦੱਸਿਆ ਗਿਆ ਹੈ ਕਿ ਖੇਤੀ ਬਿੱਲਾਂ ਦੇ ਕਾਰਨ ਅਸੀਂ ਉਸ ਸਰਕਾਰ ਦਾ ਭਾਈਵਾਲ ਨਹੀਂ ਬਣੇ ਰਹਿ ਸਕਦੇ ਜਿਹੜੀ ਸਰਕਾਰ ਕਿਸਾਨਾਂ ਦੇ ਵਿਰੁੱਧ ਬਿੱਲ ਲਿਆ ਰਹੀ ਹੈ, ਕਿਸਾਨੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਕਿਉਂਕਿ ਖੇਤੀ ਬਿੱਲ ਸਿੱਧੇ ਤੌਰ ਤੇ ਕਿਸਾਨੀ ਤੇ ਹਮਲਾ ਨੇ। ਤਾਂ ਜਿਨ੍ਹਾਂ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਧਰਨੇ ਤੇ ਨੇ, ਰੇਲਾਂ ਰੋਕੀਆਂ ਗਈਆਂ ਨੇ। ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਜਿੱਥੇ ਸਵਾਲ ਖੜੇ ਕੀਤੇ ਜਾ ਰਹੇ ਸੀ ਅਕਾਲੀ ਦਲ ਦੇ ਕਿ ਆਖਿਰਕਾਰ ਜੇਕਰ ਅਕਾਲੀ ਦਲ ਵਾਕਈ ਦੇ ਵਿੱਚ ਕਿਸਾਨ ਹਿਤੈਸ਼ੀ ਹੈ, ਜੇਕਰ ਵਾਕਈ ਦੇ ਵਿੱਚ ਇਹਨਾਂ ਬਿੱਲਾਂ ਦੇ ਵਿਰੋਧ ਵਿੱਚ ਹੈ ਤਾਂ ਫਿਰ ਉਸ ਸਰਕਾਰ ਦਾ ਹਿੱਸਾ ਅਜੇ ਤੱਕ ਅਕਾਲੀ ਦਲ ਕਿਉਂ ਹੈ ਜਿਸ ਦੇ ਵੱਲੋਂ ਇਹ ਕਾਲੇ ਕਾਨੂੰਨ ਲਿਆਂਦੇ ਗਏ ਨੇ। ਤਾਂ ਆਖਿਰਕਾਰ ਅਕਾਲੀ ਦਲ ਨੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੈ। ਮੁਕਤੀ ਮਿਲ ਗਈ ਅਕਾਲੀ ਦਲ ਨੂੰ ਹੁਣ ਇਹਨਾਂ ਸਾਰੇ ਸਵਾਲਾਂ ਤੋਂ ਕਿਉਂਕਿ ਅਕਾਲੀ ਦਲ ਐਨਡੀਏ ਦੇ ਨਾਲੋਂ ਵੱਖ ਹੋ ਗਿਆ ਹੈ। ਖੁਦ ਸੁਖਬੀਰ ਬਾਦਲ ਦੇ ਵੱਲੋਂ ਐਲਾਨ ਕੀਤਾ ਗਿਆ। ਕੱਲ ਕੋਰ ਕਮੇਟੀ ਦੀ ਬੈਠਕ ਹੋਈ, ਕਾਫੀ ਲੰਬੇ ਸਮੇਂ ਤੱਕ ਚਰਚਾ ਚੱਲੀ ਜਿਸ ਤੋਂ ਬਾਅਦ ਆਖਿਰਕਾਰ ਦੇਰ ਰਾਤ ਇਹ ਫੈਸਲਾ ਲੈ ਲਿਆ ਗਿਆ ਕਿ ਆਖਿਰਕਾਰ ਹੁਣ ਇਹ ਗੱਠਜੋੜ ਟੁੱਟ ਜਾਵੇਗਾ। ਇਹ 9 ਮਾਸ ਦਾ ਰਿਸ਼ਤਾ ਖਤਮ ਹੋ ਗਿਆ ਹੈ। ਅਕਾਲੀ ਦਲ ਬੀਜੇਪੀ ਦਾ ਹੁਣ ਭਾਈਵਾਲ ਨਹੀਂ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਐਨਡੀਏ ਦਾ ਹਿੱਸਾ ਨਹੀਂ ਰਿਹਾ ਹੈ ਤੇ ਸਿੱਧੇ ਤੌਰ ਤੇ ਖੇਤੀ ਬਿੱਲਾਂ ਨੂੰ ਕਾਰਨ ਦੱਸਿਆ ਗਿਆ ਹੈ ਤੇ ਇਸ ਦੇ ਨਾਲ ਹੀ ਅਕਾਲੀ ਦਲ ਨੇ ਕਿਹਾ ਕਿ ਖੇਤੀ ਬਿੱਲਾਂ ਦਾ ਤਾਂ ਅਸੀਂ ਵਿਰੋਧ ਕਰ ਹੀ ਰਹੇ ਸੀ ਪਰ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਬੀਜੇਪੀ ਨੇ ਕੀਤਾ ਜਦੋਂ ਜੰਮੂ ਕਸ਼ਮੀਰ ਦੇ ਵਿੱਚੋਂ ਪੰਜਾਬੀ ਭਾਸ਼ਾ ਨੂੰ ਲਿਸਟ ਵਿੱਚੋਂ ਹੀ ਬਾਹਰ ਕਰ ਦਿੱਤਾ ਗਿਆ। ਪੰਜਾਬੀ ਭਾਸ਼ਾ ਨੂੰ ਉੱਥੇ ਦਰਜਾ ਹੀ ਨਹੀਂ ਦਿੱਤਾ ਗਿਆ, ਮਾਣ ਹੀ ਨਹੀਂ ਦਿੱਤਾ ਗਿਆ, ਬਾਹਰ ਹੀ ਕਰ ਦਿੱਤਾ ਗਿਆ ਪੰਜਾਬੀ ਨੂੰ। ਤਾਂ ਅਜਿਹੇ ਦੇ ਵਿੱਚ ਪੰਜਾਬੀ ਨਾਲ ਜੋ ਵਿਤਕਰਾ ਕੀਤਾ ਗਿਆ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਕਿਸਾਨੀ ਦੇ ਨਾਲ ਜੋ ਧੱਕਾ ਕੀਤਾ ਜਾ ਰਿਹਾ ਹੈ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਸ ਲਈ ਉਸ ਸਰਕਾਰ ਦਾ ਹਿੱਸਾ ਬਣ ਕੇ ਨਹੀਂ ਰਹਿ ਸਕਦੇ। ਤਾਂ ਅਕਾਲੀ ਦਲ ਦੇ ਵੱਲੋਂ ਆਖਿਰਕਾਰ 9 ਮਾਸ ਦਾ ਰਿਸ਼ਤਾ ਖਤਮ ਕਰ ਦਿੱਤਾ ਗਿਆ ਹੈ। ਉਹ ਰਿਸ਼ਤਾ ਜਿਸ ਦੀ ਸ਼ੁਰੂਆਤ ਅਟਲ ਬਿਹਾਰੀ ਵਾਜਪਾਈ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ। ਆਪਣੇ ਹੱਥਾਂ ਦੇ ਨਾਲ ਉਹ ਗੱਠਜੋੜ ਬਣਾਇਆ ਗਿਆ ਪਰ ਅੱਜ ਉਹ ਗੱਠਜੋੜ ਖਤਮ ਹੋ ਗਿਆ ਹੈ ਜਿਸ ਤੇ ਦਾਅਵੇ ਕੀਤੇ ਜਾਂਦੇ ਸੀ ਕਿ ਸਭ ਤੋਂ ਪੁਰਾਣਾ ਰਿਸ਼ਤਾ ਹੈ। ਭਰਾਵਾਂ ਦੀ ਗੱਲ ਹੈ। ਅਕਾਲੀ ਦਲ ਬੀਜੇਪੀ ਨੂੰ ਛੋਟਾ ਭਰਾ ਕਹਿੰਦਾ ਸੀ, ਬੀਜੇਪੀ ਅਕਾਲੀ ਦਲ ਨੂੰ ਵੱਡਾ ਭਰਾ ਕਹਿੰਦਾ ਸੀ ਪਰ ਅੱਜ ਭਰਾ ਵੱਖ ਹੋ ਗਏ ਨੇ। ਯਾਰੀ ਵੀ ਟੁੱਟ ਗਈ ਹੈ ਤੇ ਰਿਸ਼ਤੇਦਾਰੀ ਵੀ ਟੁੱਟ ਗਈ ਹੈ। ਅਕਾਲੀ ਦਲ ਤੇ ਬੀਜੇਪੀ ਵੱਖੋ ਵੱਖ ਹੋ ਗਏ ਨੇ, ਗੱਠਜੋੜ ਟੁੱਟ ਗਿਆ ਹੈ। ਸਿੱਧੇ ਤੌਰ ਤੇ ਅਕਾਲੀ ਦਲ ਦੇ ਵੱਲੋਂ ਖੇਤੀ ਬਿੱਲਾਂ ਤੇ ਆਪਣਾ ਸਟੈਂਡ ਸਪਸ਼ਟ ਕਰਦਿਆਂ ਕਿਹਾ ਗਿਆ ਹੈ ਕਿ ਇਹ ਕਾਰਨ ਖੇਤੀ ਬਿੱਲ ਨੇ। ਸਾਨੂੰ ਕਿਸਾਨ ਜ਼ਰੂਰੀ ਹੈ, ਪੰਜਾਬ ਜ਼ਰੂਰੀ ਹੈ, ਕੁਰਸੀ ਦਾ ਲਾਲਚ ਨਹੀਂ ਹੈ। ਇਸੇ ਲਈ ਪਹਿਲਾਂ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਗਿਆ। ਦੱਸ ਦਈਏ ਕਿ ਵਾਜਪਾਈ ਦੀ ਸਰਕਾਰ ਦੇ ਵੇਲੇ ਅਕਾਲੀ ਦਲ ਭਾਈਵਾਲ ਰਿਹਾ ਹੈ। 2014 ਤੋਂ ਲੈ ਕੇ 2019 ਤੱਕ ਵੀ ਹਰਸਿਮਰਤ ਕੌਰ ਬਾਦਲ ਮੋਦੀ ਕੈਬਨਿਟ ਦਾ ਹਿੱਸਾ ਰਹੇ ਨੇ। 2019 ਦੇ ਵਿੱਚ ਮੁੜ ਤੋਂ ਮੋਦੀ ਕੈਬਨਿਟ ਦਾ ਹਿੱਸਾ ਬਣੇ ਹਰਸਿਮਰਤ ਕੌਰ ਬਾਦਲ ਪਰ ਇਸ ਵਾਰ ਇਹ ਜਿਹੜਾ ਸਫ਼ਰ ਸੀ ਉਹ ਜ਼ਿਆਦਾ ਲੰਬਾ ਨਹੀਂ ਚੱਲ ਪਾਇਆ। 2019 ਦੇ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਮੋਦੀ ਸਰਕਾਰ ਬਣਦੀ ਹੈ, ਦੂਜੀ ਵਾਰ ਹਰਸਿਮਰਤ ਕੌਰ ਬਾਦਲ ਵਜ਼ਾਰਤ ਦੇ ਵਿੱਚ ਬੈਠਦੇ ਨੇ ਪਰ ਹੁਣ ਉਹ ਜਿਹੜਾ ਰਿਸ਼ਤਾ ਖਤਮ ਹੋ ਗਿਆ ਕਿਉਂਕਿ ਪਹਿਲਾਂ ਅਸਤੀਫਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਗੱਠਜੋੜ ਖਤਮ ਕਰ ਦਿੱਤਾ ਜਾਂਦਾ ਹੈ। ਸੁਖਬੀਰ ਬਾਦਲ ਦੇ ਵੱਲੋਂ ਲਗਾਤਾਰ ਸਪਸ਼ਟੀਕਰਨ ਦਿੰਦਿਆਂ ਕਿਹਾ ਗਿਆ ਕਿ ਅਸੀਂ ਵਿਰੋਧ ਕੀਤਾ, ਅਸੀਂ ਬਾਰ-ਬਾਰ ਕਿਹਾ ਪਰ ਸਾਡੀ ਨਹੀਂ ਸੁਣੀ ਗਈ ਜਿਸ ਤੋਂ ਬਾਅਦ ਆਖਿਰਕਾਰ ਇਹ ਫੈਸਲਾ ਲੈਣਾ ਹੀ ਪੈ ਗਿਆ। ਸੁਖਬੀਰ ਬਾਦਲ ਦੇ ਵੱਲੋਂ ਖੁਦ ਐਲਾਨ ਕੀਤਾ ਗਿਆ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ। ਕਈ ਦਿਨਾਂ ਤੋਂ ਮੈਂ ਲਗਾਤਾਰ ਪੰਜਾਬ ਦੇ ਵਿੱਚ ਆਪਣੇ ਵਰਕਰ ਸਾਹਿਬਾਨ ਨਾਲ ਮੀਟਿੰਗ ਕੀਤੀ, ਸਾਡੀ ਲੀਡਰਸ਼ਿਪ ਨਾਲ ਗੱਲ ਕੀਤੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਬੈਠ ਕੇ ਫੈਸਲਾ ਕੀਤਾ ਕਿ ਜਿਹੜੀ ਸਰਕਾਰ ਸੈਂਟਰ ਦੀ ਸਰਕਾਰ, ਜਿਹੜੀ ਐਨਡੀਏ ਦੀ ਸਰਕਾਰ ਜਿਸ ਨੇ ਆ ਜਿਹੜੇ ਤਿੰਨੇ ਆਰਡੀਨੈਂਸ ਲਿਆਂਦੇ ਹੈ ਜਿਹੜੇ ਆਪਣੇ ਪੰਜਾਬ ਵਿਰੋਧੀ ਹੈ, ਸਹੀ ਮਣੇ ਤੇ ਦੇਸ਼ ਦੇ ਕਿਸਾਨਾਂ ਦੇ ਵਿਰੋਧੀ ਹੈ, ਅਸੀਂ ਉਸ ਪਾਰਟੀ ਦੇ ਉਸ ਐਨਡੀਏ ਦਾ ਹਿੱਸਾ ਨਹੀਂ ਹੋ ਸਕਦੇ। ਤਾਂ ਉਸ ਸਰਕਾਰ ਦਾ ਹਿੱਸਾ ਨਹੀਂ ਰਹਿ ਸਕਦੇ ਜਿਹੜੀ ਨਾ ਤਾਂ ਗੱਲ ਸੁਣਨ ਨੂੰ ਤਿਆਰ ਹੈ ਅਤੇ ਨਾ ਹੀ ਕੋਈ ਸੋਧ ਕਰਨ ਦੀ ਗੱਲ ਕਰ ਰਹੀ ਹੈ, ਨਾ ਹੀ ਕਿਸਾਨਾਂ ਨੂੰ ਆਸ਼ਵਾਸਨ ਦਿੱਤਾ ਜਾ ਰਿਹਾ, ਨਾ ਹੀ ਉਹਨਾਂ ਦੇ ਸ਼ੰਕੇ ਦੂਰ ਕਰਨ ਦੇ ਲਈ ਕੋਈ ਕਦਮ ਚੁੱਕਿਆ ਜਾ ਰਿਹਾ। ਕੀਤੇ ਜਾ ਰਹੇ ਨੇ ਤੇ ਸਿਰਫ ਦਾਅਵੇ ਤੇ ਉਹਨਾਂ ਦਾਅਵਿਆਂ ਦੇ ਨਾਲ ਅਸੀਂ ਹਿੱਸਾ ਨਹੀਂ ਰਹਿ ਸਕਦੇ ਐਨਡੀਏ ਦਾ, ਇਹੀ ਕਹਿ ਕੇ ਅਕਾਲੀ ਦਲ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਬੀਜੇਪੀ ਤੋਂ। ਤਾਂ ਜਿਸ ਵੇਲੇ ਇਹ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਨਿਊਜ਼ 18 ਦੇ ਵੱਲੋਂ ਗੱਲਬਾਤ ਵੀ ਕੀਤੀ ਗਈ। ਦਿਲਜੀਤ ਚੀਮਾ ਜਿਹੜੇ ਹੁਣ ਤੱਕ ਕਹਿੰਦੇ ਰਹੇ ਕਿ ਸਭ ਕੁਝ ਠੀਕ ਠਾਕ ਹੈ, सब कुछ सुख सांद है, किसी तरह की कोई
ਖਰਾਬੀ ਨਹੀਂ ਹੈ, ਕਿਸੇ ਤਰ੍ਹਾਂ ਦੀ ਕੋਈ ਦਰਾਰ ਨਹੀਂ ਹੈ। ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗੱਠਜੋੜ ਟੁੱਟਣ ਤੋਂ ਬਾਅਦ, ਆਓ ਸੁਣਦੇ ਹਾਂ। आखिर तुसी बहुत बचा किया, बड़िया कोशिशें कीतियां कि बच जे गठबंधन। तुसी हमेशा कहते रहे, तुहानूं असीं किन्ने सवाल पूछे कि चीमा साहब यारी टुटदी लगदी आ, पर तुसी नहीं सी मानदे। तुसी कहा जी ना 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 कोई गलबात ही नहीं, मीडिया वाले कही जांदे आ। हुण दसो भी मीडिया कहंदा सी कि ये फैसला पहले ही सी। नहीं, फैसला पहला नहीं सीगा। पहला देखो बड़ा पुराना अलायंस है, बड़ा वड्डा पंजाब दे विच, देश दे विच इस अलायंस का योगदान। इस करके ਅਸੀਂ ਤੇ ਹਮੇਸ਼ਾ ਚਾਹੁੰਦੇ ਸੀ ਕਿ ਜਿਹੜਾ ਕਿਸਾਨੀ ਦੇ ਨਾਲ ਵੱਡਾ ਧੱਕਾ ਹੋਇਆ ਉਹਦੇ ਬਾਰੇ ਵਾਰ-ਵਾਰ ਅਸੀਂ ਬੀਜੇਪੀ ਨੂੰ ਸਮਝਾਇਆ ਸੀ ਕਿ ਇਹ ਅਨਡੈਮੋਕ੍ਰੈਟਿਕ ਤਰੀਕੇ ਦੇ ਨਾਲ ਪਾਸ ਕਰਨੇ ਠੀਕ ਨਹੀਂ ਹੈ। ਪਹਿਲਾਂ ਕਿਸਾਨਾਂ ਦੀ ਤਸੱਲੀ ਕਰਾਈ ਜਾਵੇ, ਇਹਨਾਂ ਨੂੰ ਸਿਲੈਕਟ ਕਮੇਟੀ ਨੂੰ ਭੇਜਿਆ ਜਾਵੇ। ਇੱਕ ਵਾਰੀ ਨਹੀਂ, ਅਸੀਂ ਬਹੁਤ ਵਾਰੀ ਅੰਦਰ ਦਲੀਲਾਂ ਦਿੱਤੀਆਂ, ਪਹਿਲਾਂ ਕੈਬਨਿਟ 'ਚ ਇਤਰਾਜ਼ ਕੀਤਾ, ਪਰ ਉਹਨਾਂ ਨੇ ਜਿਹੜੀ ਹੈਗੀ ਹੈ ਜਿਸ ਤਰੀਕੇ ਕਾਹਲੀ ਕਰਕੇ ਪੇਸ਼ ਕੀਤੇ ਉਹਦੇ 'ਤੇ ਅਸੀਂ ਆਲਰੇਡੀ ਬੜਾ ਸਟਰੋਂਗ ਪ੍ਰੋਟੈਸਟ ਕੀਤਾ। ਜਦੋਂ ਮਿਨਿਸਟਰੀ ਤੋਂ ਬਾਹਰ ਆ ਜਾਂਦੇ ਹੋ ਤਾਂ ਛੋਟੀ ਗੱਲ ਨਹੀਂ ਹੁੰਦੀ, ਬੜਾ ਵੱਡਾ ਫੈਸਲਾ ਸੀ। ਪਰ ਉਲਟਾ ਉਸ ਤੋਂ ਬਾਅਦ JNK ਦਾ ਜਿਹੜਾ ਬਿੱਲ ਆਇਆ ਔਰ ਉਹਦੇ ਵਿੱਚ ਪੰਜਾਬੀ ਨੂੰ ਅਫੀਸ਼ੀਅਲ ਭਾਸ਼ਾ ਵਿੱਚੋਂ ਕੱਢ ਦੇਣਾ, ਉਹ ਹੋਰ ਵੀ ਦੁਖਦਾਈ ਹੈ। ਯਾਨੀ ਉਹਨਾਂ ਨੇ ਪੰਜਾਬ ਨੂੰ ਤੇ ਨਾ ਪੰਜਾਬੀ ਨੂੰ ਤੇ ਨਾ ਅਕਾਲੀ ਦਲ ਨੂੰ ਕੁਝ ਨਹੀਂ ਸਮਝਿਆ। ਇਹ ਤੁਹਾਡੇ ਸਾਹਮਣੇ ਆ, ਇਹ ਸੱਚਾਈ ਹੈ, ਹਕੀਕਤ ਹੈ। ਇਸ ਕਰਕੇ ਕੁਦਰਤੀ ਗੱਲ ਹੈ ਵੀ ਫਿਰ ਇਹੋ ਜਿਹੇ ਵੇਲੇ ਜਿਹੜੇ ਆ ਵੱਡੇ ਫੈਸਲੇ ਲੈਣੇ ਪੈਂਦੇ ਆ। ਸਾਡੇ ਵਾਸਤੇ ਪੰਜਾਬੀਅਤ ਹੈ, ਕਿਸਾਨੀ ਜਿਹੜੀ ਹੈ ਸਾਡੀ ਸਟੇਟ ਜਿਹੜੀ ਹੈ ਦੇਸ਼ ਦੇ ਵਿੱਚ ਕਿਸਾਨੀ ਦੇ ਵਿੱਚ ਮੋਹਰੀ ਆ। ਕਿਸਾਨ ਇੰਨੀ ਬੁਰੀ ਤਰ੍ਹਾਂ ਦੇ ਨਾਲ ਅੰਦਰਸ ਦੇ ਵਿੱਚ ਹੈ, ਇਸ ਕਰਕੇ ਜ਼ਾਹਰ ਹੈ ਕਿ ਇਹ ਫੈਸਲਾ ਲੈਣਾ ਪਿਆ। ਜਿਵੇਂ ਸਾਹਿਬ ਅਕਾਲੀ ਦਲ ਨੇ ਹਮੇਸ਼ਾ ਬੀਜੇਪੀ ਦਾ ਪੱਖ ਪੂਰਿਆ, ਹਮੇਸ਼ਾ ਪੰਜਾਬ ਦੇ ਵਿੱਚ ਵੀ, ਚਾਹੇ ਹੁਣ ਇਹਨਾਂ ਆਰਡੀਨੈਂਸ ਨੂੰ ਲੈ ਕੇ ਵੀ ਲਾ ਲਓ। ਨਹੀਂ ਲੱਗਦਾ ਕਿ ਜੇ ਅਕਾਲੀ ਦਲ ਪਹਿਲਾਂ ਹੀ ਐਡੀ ਪੁਰਾਣੀ ਪਾਰਟੀ ਸੀ, ਐਡੇ ਵੱਡੇ ਸੰਘਰਸ਼ ਕੀਤੇ ਸੀ ਅਕਾਲੀ ਦਲ ਨੇ, ਵੱਡੇ ਬਾਲ ਸਾਹਿਬ ਦੀ ਸਲਾਹ ਲੈ ਲੈਂਦੇ, ਉਹਨਾਂ ਨੇ ਵੀ ਬਿਆਨ ਦਿੱਤਾ ਸੀ ਕਿ ਆਰਡੀਨੈਂਸ ਸਹੀ ਨੇ, ਤਾਂ ਨਹੀਂ ਲੱਗਦਾ ਕਿ ਕਿਤੇ ਪਹਿਲਾਂ ਵਿਚਾਰ ਅਗਰ ਕੀਤਾ ਹੁੰਦਾ ਤਾਂ ਸ਼ਾਇਦ ਜਿਹੜਾ ਆਪਾਂ ਪਹਿਲਾਂ ਉਹਨਾਂ ਨੂੰ ਡਿਫੈਂਡ ਕਰਦੇ ਰਹੇ, ਸ਼ਾਇਦ ਉਹ ਡਿਫੈਂਡ ਇੰਨਾ ਨਹੀਂ ਸੀ ਕਰਨਾ ਚਾਹੀਦਾ। ਪਹਿਲਾਂ ਜਿਹੜੀ ਅਲਾਇੰਸ ਦੇ ਵਿੱਚ ਰਹਿੰਦੇ ਆ, ਸਰਕਾਰ ਦਾ ਹਿੱਸਾ ਬਣ ਕੇ ਜੋ ਤੁਹਾਡੀ ਬਤੌਰ ਮੈਡੀਏਟਰ ਕਿਸਾਨਾਂ ਦੇ ਤੇ ਸਰਕਾਰ ਦੀ ਡਿਊਟੀ ਬਣਦੀ ਸੀ, ਉਹ ਅਸੀਂ ਪੂਰੀ ਕਰ ਲਈ ਸੀ। ਉਹਨਾਂ ਦਾ ਪੱਖ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਤੋਂ ਫੀਡਬੈਕ ਲੈ ਕੇ ਸਰਕਾਰ ਨੂੰ ਦਿੱਤੀ ਹੈ। ਇਹੀ ਰੋਲ ਹੁੰਦਾ ਹੈ ਜਦੋਂ ਤੁਸੀਂ ਸਰਕਾਰ ਦੇ ਵਿੱਚ ਹੁੰਦੇ, ਕਿਉਂਕਿ ਇਹ ਮਰਿਆਦਾ ਵੀ ਨਹੀਂ ਹੁੰਦੀ ਕਿ ਤੁਸੀਂ ਸਰਕਾਰ ਦੇ ਵਿੱਚ ਹੋ ਤੇ ਤੁਸੀਂ ਓਪਨ ਨਹੀਂ। ਜਦੋਂ ਸਰਕਾਰ ਤੋਂ ਬਾਹਰ ਜਾਣਾ ਸੀ, ਪਹਿਲਾਂ ਫੈਸਲਾ ਕੀਤਾ, ਅਸਤੀਫਾ ਦਿੱਤਾ, ਔਰ ਫਿਰ ਜੋ ਕੁਝ ਕੈਬਨਿਟ ਦੇ ਵਿੱਚ ਹੋਇਆ ਉਹ ਸਾਰਾ ਕੁਝ ਤੁਹਾਡੇ ਨਾਲ ਪਹਿਲਾਂ। ਚੀਮਾ ਸਾਹਿਬ ਇੱਕ ਚੀਜ਼ ਬੜੀ ਜ਼ਰੂਰੀ ਹੈ, ਸਾਡੇ ਦਰਸ਼ਕ ਬੜੀ ਅਹਿਮ ਗੱਲ ਜਾਣਨੀ ਚਾਹੁੰਦੇ ਹੋਣਗੇ। ਸਭ ਦੀ ਨਜ਼ਰ ਹੋਏਗੀ ਕਿ ਫੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਲਿਆ, ਪਰ ਸਿਆਸਤ ਦੇ ਬਾਬਾ ਬੋੜ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰੀ ਮੁੱਖ ਮੰਤਰੀ, ਪਾਰਟੀ ਦੇ ਸਰਪ੍ਰਸਤ, ਕੀ ਇਹ ਫੈਸਲਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਪੁੱਛ ਕੇ ਲਿਆ ਗਿਆ? ਉਹਨਾਂ ਦੇ ਨਾਲ ਅੱਜ ਲਾਸਟ ਟਾਈਮ ਗੱਲ ਹੋਈ ਕਿ ਹੁਣ ਯਾਰੀ ਤੋੜਨ ਲੱਗੇ ਆ ਜੀ? ਦੇਖੋ, ਅੱਜ ਕੋਰ ਕਮੇਟੀ ਦਾ ਇਹ ਫੈਸਲਾ ਔਰ ਯੂਨੈਨਿਮਸ ਫੈਸਲਾ, ਇਸ ਕਰਕੇ ਬਾਦਲ ਸਾਹਿਬ ਤਾਂ ਅਕਾਲੀ ਦਲ ਦੇ ਵੱਲੋਂ ਆਖਿਰਕਾਰ ਰਿਸ਼ਤਾ ਖਤਮ ਕਰ ਲਿਆ ਗਿਆ ਹੈ। ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਨਹੀਂ ਰਹਿ ਸਕਦੇ ਸੀ ਉਸ ਸਰਕਾਰ ਦਾ ਹਿੱਸਾ ਬਣ ਕੇ ਜਿਸ ਦੇ ਵੱਲੋਂ ਇਹ ਬਿੱਲ ਲਿਆਂਦੇ ਗਏ ਜਿਹੜੇ ਸਿੱਧੇ ਤੌਰ ਤੇ ਕਿਸਾਨਾਂ ਦੇ ਵਿਰੋਧ ਵਿੱਚ ਸੀ। ਤਾਂ ਆਖਿਰਕਾਰ ਅਕਾਲੀ ਬੀਜੇਪੀ ਦਾ ਰਿਸ਼ਤਾ, ਪੁਰਾਣਾ ਗੱਠਜੋੜ 9 ਮਾਸ ਦਾ ਰਿਸ਼ਤਾ ਕਹੇ ਜਾਣ ਵਾਲਾ ਗੱਠਜੋੜ ਹੁਣ ਟੁੱਟ ਗਿਆ ਹੈ। ਤਾਂ ਅਕਾਲੀ ਦਲ ਦੇ ਵੱਲੋਂ ਭਰੇ ਮਨ ਦੇ ਨਾਲ ਇਹ ਫੈਸਲਾ ਲਿਆ ਗਿਆ। ਕਿਹਾ ਗਿਆ ਕਿ ਆਸਾਨ ਨਹੀਂ ਸੀ ਇਹ ਫੈਸਲਾ ਲੈਣਾ, ਕਿਉਂਕਿ ਪੁਰਾਣਾ ਰਿਸ਼ਤਾ ਹੈ ਉਸ ਨੂੰ ਖਤਮ ਕਰਨਾ ਆਸਾਨ ਨਹੀਂ ਸੀ। ਉਧਰ ਬੀਜੇਪੀ ਦੇ ਵੱਲੋਂ ਵੀ ਅਨਫੋਰਚੂਨੇਟ ਕਿਹਾ ਜਾ ਰਿਹਾ ਇਸ ਫੈਸਲੇ ਨੂੰ, ਕਿਉਂਕਿ ਦੋਵੇਂ ਇੱਕ ਦੂਜੇ ਦਾ ਆਧਾਰ ਸੀ, ਦੋਵੇਂ ਇੱਕ ਦੂਜੇ ਦੇ ਹੱਥ ਨੂੰ ਹੱਥ ਸੀ। ਬੀਜੇਪੀ ਪੰਜਾਬ ਦੇ ਵਿੱਚ ਇੱਕ ਵੱਡਾ ਸਹਾਰਾ ਵੀ ਸੀ ਅਕਾਲੀ ਦਲ ਦੇ ਲਈ, ਤੇ ਅਕਾਲੀ ਦਲ ਵੀ ਇੱਕ ਬੀਜੇਪੀ ਦੇ ਲਈ ਵੱਡੇ ਭਰਾ ਵਾਂਗ ਸੀ। ਕਿਹਾ ਜਾਂਦਾ ਸੀ ਕਿ ਇਹ ਇੱਕ ਗੱਠਜੋੜ ਨਹੀਂ ਹੈ ਬਲਕਿ ਇੱਕ ਭਰਾ ਦਾ ਰਿਸ਼ਤਾ ਹੈ ਜਿਹੜਾ ਅੱਜ ਖਤਮ ਹੋ ਗਿਆ ਹੈ। ਤਾਂ ਅਕਾਲੀ ਦਲ ਨੇ ਗੱਠਜੋੜ ਤੋੜਨ ਦਾ ਐਲਾਨ ਕਰ ਦਿੱਤਾ। ਸੁਖਬੀਰ ਬਾਦਲ ਦੇ ਵੱਲੋਂ ਖੁਦ ਐਲਾਨ ਕੀਤਾ ਗਿਆ ਹੈ। ਤਾਂ ਅਕਾਲੀ ਦਲ ਹੁਣ एनडीए ਦਾ ਹਿੱਸਾ ਨਹੀਂ ਰਿਹਾ ਹੈ। ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਹੀ ਹਾਲਾਂਕਿ ਕਿਆਸ ਲਗਾਤਾਰ ਲਗਾਏ ਜਾ ਰਹੇ ਸੀ, ਪਰ ਅਕਾਲੀ ਦਲ ਤੇ ਬੀਜੇਪੀ ਹੁਣ ਤੱਕ ਇਹ ਗੱਲ ਨਕਾਰਦੇ ਰਹੇ ਨੇ, ਕਹਿ ਰਹੇ ਸੀ ਕਿ ਨਹੀਂ ਸਭ ਕੁਝ ਠੀਕ ਠਾਕ ਹੈ। ਮਨੋਰੰਜਨ ਕਾਲੀਆ बीजेपी ਆਗੂ ਸਾਡੇ ਨਾਲ ਜੁੜ ਗਏ ਨੇ। ਤਾਂ ਮਨੋਰੰਜਨ ਕਾਲੀਆ ਜੀ, ਸਭ ਕੁਝ ਠੀਕ ਨਹੀਂ ਹੈ, ਇਹ ਹੁਣ ਜੱਗ ਜ਼ਾਹਰ ਹੋ ਗਿਆ ਹੈ। ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ? ਅੱਜ ਪੁਰਾਣਾ ਰਿਸ਼ਤਾ ਇੰਨੇ ਸਾਲਾਂ ਦਾ ਖਤਮ ਹੋ ਗਿਆ ਹੈ। देखो, ऐसा है कि श्रोमणी अकाली दल का और भारतीय जनता पार्टी का रिश्ता जोड़ा है, मैं कहा कि पहला जो अखिल भारतीय जनसंघ सी उदों तो चले आ रहा है, और ये भी गल है कि हमेशा श्रोमणी अकाली दल को तरजीह दी है। और उस नाते कि भी असी देखिए कि जो 2007 हालांकि
ਸ਼੍ਰੋਮਣੀ ਅਕਾਲੀ ਦਲ ਨੂੰ ਬਹੁਮਤ ਨਹੀਂ ਸੀਗਾ, ਲੇਕਿਨ ਸਾਡਾ ਜਿਹੜਾ ਹੈਗਾ ਕਿ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਤਰਜੀਹ ਦੇਣੀ ਹੈ, तो उस नाते जो मुख्यमंत्री उप मुख्यमंत्री भी जोड़ा है वो श्रोमणी अकाली दल का जोड़ा है भारतीय जनता पार्टी ने सत्कार किया और इस नाते कि भी असी एक बड़ा भरा है अगे रख के चलना है। सो उस नाते कि भी जो हुणे कृषि बिल आए तो उदों भी सीगा कि भी साडे तो जोड़ा है कि भी एक बड़ा भरा है, सो सारे जो किसान भरावां रिप्रजेंट करते हैं तो उन्होंने कन्विंस करनगे। तो इन्होंने कन्विंस भी किया, मैं कहा कोशिश की पहला शुरू बिल हक च हुण सब तो बड़े मैं कहा पंजाब के नेता सरदार प्रकाश सिंह बादल जी उन्होंने भी कहा कि भी किसानों के हक च तो उसके बाद जोड़ा है कि कुछ चेर बाद जोड़ा है यू टर्न ले लिया है। सो उस नाते जोड़ा है कि भी दिस इज अनफॉर्चुनेट, लेकिन बाकी ये है कि भी उन्होंने अपना निर्णय है। सो भारतीय जनता पार्टी की राष्ट्रीय पार्टी है, सो उस नाते जोड़ा है कि भी मनोरंजन कालिया जी जिस ਨੂੰ ਤੁਸੀਂ ਯੂ ਟਰਨ ਕਹਿ ਰਹੇ ਹੋ, ਅਕਾਲੀ ਦਲ ਕਹਿੰਦਾ ਕਿ ਸਾਨੂੰ ਤਾਂ ਦੱਸਿਆ ਹੀ ਨਹੀਂ ਗਿਆ ਸਾਫ਼ ਤੌਰ ਤੇ ਕਿ ਆਖਿਰਕਾਰ ਇਹਨਾਂ ਬਿੱਲਾਂ ਦੇ ਵਿੱਚ ਹੈ ਕੀ ਹੈ, ਤੇ ਜਦੋਂ ਸਾਨੂੰ ਪਤਾ ਲੱਗਾ ਉਸ ਤੋਂ ਬਾਅਦ ਲਗਾਤਾਰ ਪਾਰਲੀਮੈਂਟ ਤੋਂ ਲੈ ਕੇ ਮੀਟਿੰਗਾਂ ਤੱਕ ਅਸੀਂ ਵਿਰੋਧ ਕਰਦੇ ਆਂ ਪਰ ਸਾਡੀ ਇੱਕ ਨਾ ਸੁਣੀ ਗਈ। ਦੇਖੋ ਗੱਲ ਇਹ ਹੈ ਕਿ ਵੀ ਜਦੋਂ ਇਹਨਾਂ ਨੇ ਕਿਹਾ ਕਿ ਵੀ ਬਿੱਲ ਜਿਹੜਾ ਹੈਗਾ ਕਿਸਾਨਾਂ ਦੇ ਹੱਕ 'ਚ ਹੈ, ਬਹੁਤ ਵਧੀਆ, ਜਿਹਦਾ ਮਤਲਬ ਉਹਨਾਂ ਨੇ ਬਿਨਾਂ ਪੜ੍ਹੇ ਬੋਲਣਾ ਸ਼ੁਰੂ ਕਰ ਦਿੱਤਾ, ਐਸਾ ਤਾਂ ਨਹੀਂ ਗੱਲ। ਇਹਨਾਂ ਨੇ ਸਾਰਿਆਂ ਨੇ ਡਿਸਕਸ ਕੀਤਾ, ਸਾਡੀ ਜਿਹੜੀ ਕੋਰ ਕਮੇਟੀ ਹੋਈ ਪੰਜਾਬ ਦੀ ਬੀਜੇਪੀ ਦੀ और श्रोमणी अकाली दल की कोर कमेटी सी वो भी डिस्कशन है, पूछा कि भी तुहानू की खर्चे है, तो उन्होंने लै दे कि एको खर्चा सीगा कि MSP लैके वो अश्योरेंस जी है यूनियन एग्रीकल्चर मिनिस्टर और प्रधानमंत्री श्री नरेंद्र मोदी जी ने भी दी हैगी है कि भी ये जी MSP है और रहेगी। ईवन जो है डिबेट के भी तुम देखो सारी सुन लो कि श्रोमणी अकाली दल ने कितने नहीं इस तो इलावा कोई होर खर्चा दसिया ही नहीं है। उस नाते कि असीं कहीए कि भी सानू पता नहीं सीगा, ये भी गल कहना गलत है। तो मनोरंजन कालिया जी सिर्फ अकाली दल ही नहीं बल्कि किसानों का भी खदशा है, वो जिहड़ी एक गल कह रहे ने कि बीजेपी नूं नहीं लगता सी कि एक हाथ अगे वधाया जा सकता है अपने रिश्ते नूं बचाउण दे लई, सिर्फ रिश्ता नहीं बल्कि पंजाब के किसानों दे विच भी अपना आधार बीजेपी बनाउण दे लई जेकर वो कह रहे हैं कि साडा खदशा है ये लाइन लिख दी जाए कि MSP खत्म नहीं की जाएगी, तो लगता नहीं सी कि कर दिता जांदा तां फिर सब कुछ ही बच जाना सी। देखो MSP का जिद तक ताल्लुक है, पहले एग्जैक्टिव ऑर्डर जो अज का नहीं पुराना चलिया आ रहा, सो उस नाते सिचुएशन जी हैगी वही स्टैंड करती है। उन्हें है कि भी ऐसा अकाली दल से छड्या सीगा कि भी सारे किसान को कन्विंस कराओ, उन्हें है कि भारतीय जनता पार्टी की जिम्मेवारी है कि उस नाते जोड़ा है कि भी किसान भरा जोड़े है वो अपना जो चीज़ चाहते हैं सो उन्होंने को जावांगे और उन्होंने नाते जोड़ा है सारिया गल्लां जिहड़ियां हैगियां असीं हल करांगे, कोई ऐसा तो नहीं गल। तो मास्टर मोहन लाल भी साडे नाल बीजेपी आगू जुड़े हुए ने। तो मास्टर मोहन लाल जी आखिरकार अंत तक तुसी कहंदे रहे हो कि सब कुछ ठीक ठाक है पर ठीक ठाक नहीं, आखिरकार 9 मास का रिश्ता वक हो ही गया। सब तो पहला किस तरह का महसूस हो रहा है क्योंकि पुराना रिश्ता टुटा है, भरा भरा दी यारी टुटी है। देखो गल ये है अकाली पार्टी है श्रोमणी अकाली दल का एक गठबंधन टुट जाना अनफॉर्चुनेट है, बिल्कुल अनफॉर्चुनेट है और बड़ी जल्दबाजी च श्रोमणी अकाली दल ने फैसला लेता है। 2-4 दिन बैठ करके अपनी पार्टी और बीजेपी के कोर ग्रुप की मीटिंग कर लेंगे तो चंगा होंदा, पर पता नहीं हुण श्रोमणी अकाली दल के की कंपल्शन से उन्होंने क्यों फैसला ले लिया, गल समझ मैनू नहीं आई कि इन्नी जल्दी उन्होंने फैसला क्यों ले लिया। फिर भी जो ले लिया भाई मेहरबानी उन्होंने इन्नी देर तक भरा भरा असीं इकट्ठे चले हैं, बड़ा लंबा रिश्ता साडा इकट्ठा चलिया है, ये रिश्ते दे टुट जाना कोई चंगी गल तो नहीं हुई, पर चलो जे हुण श्रोमणी अकाली दल नूं ये मंजूर है तो सानू भी मंजूर है। असीं ऑल इंडिया पद्धर ते बड़ी सशक्त पार्टियां मलाल है मास्टर मोहन लाल जी की आखिरकार हुण तां समा नेड़े आ रहा सी पर मलाल है कोई कि रिश्ता टुट गया इन्ना पुराना? नहीं जी, 1-2 कदम भी आदमी चले हुए तो बखरे होण ते बड़ा अफसोस तो होंदा ही है। ਅਸੀਂ 2 कदम भी किसी नाल चलिए, एक रुख की थां थले 1 कदम बैठ करके अगर आराम किया है तां भी उस वृक्ष तो रुख की छाया याद रहिंदी है। श्रोमणी अकाली दल और भारतीय जनता पार्टी ने जिहड़ा ये अलायंस कीता सी पंजाब के विकास लई कीता सी, पंजाब की सद्भावना लई कीता सी, पंजाब की शांति लई कीता सीगा और उस लई लीडर कौन सी? गुरचरण सिंह टौड़ा, उस लई लीडर कौन सन? प्रकाश सिंह बादल, उस लई लीडर कौन सन? सरदार गुरनाम सिंह, उसके लीडर कौन सन? हितविलासी, उसके लीडर कौन सन? डॉक्टर बलदेव प्रकाश।
ਔਰ ਇਹ ਰਿਸ਼ਤਾ ਬੜਾ ਪਵਿੱਤਰ ਰਿਸ਼ਤਾ ਸੀਗਾ। ਹੁਣ ਸ਼੍ਰੋਮਣੀ ਅਕਾਲੀ ਦਲ ਦੀਆਂ ਆਪਣੀਆਂ ਨੀਤੀਆਂ ਨੇ, ਹੁਣ ਉਹ ਆਪਣੀਆਂ ਨੀਤੀਆਂ ਨੂੰ ਅਪਣਾ ਰਿਹਾ, ਚੱਲ ਰਿਹਾ। ਭਈ ਉਹਨਾਂ ਨੂੰ ਮੁਬਾਰਕਬਾਦ, ਬਈ ਸਾਡੀਆਂ ਸ਼ੁਭ ਕਾਮਨਾਵਾਂ ਨੇ, ਜੋ ਵੱਖ ਰਹਿ ਕੇ ਖੁਸ਼ ਨੇ ਤੇ ਸਾਡੀਆਂ ਸ਼ੁਭ ਕਾਮਨਾਵਾਂ ਨੇ। ਪਰ ਭਾਰਤੀ ਜਨਤਾ ਪਾਰਟੀ ਨੂੰ ਕੋਈ ਕਮਜ਼ੋਰ ਨਾ ਸਮਝੇ। ਭਾਰਤੀ ਜਨਤਾ ਪਾਰਟੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕਰਕੇ ਦੱਸੇਗੀ, ਇਹ ਹਿੰਦੁਸਤਾਨ ਦੀ ਰਾਜਨੀਤੀ ਦੇਖੇਗੀ। ਔਰ ਇਹ ਗੱਲ ਬੜੀ ਦਾਅਵੇ ਨਾਲ, ਬੜੇ ਅਦਬ ਨਾਲ ਵੀ ਕਹਿ ਰਹੇ, ਸਿਰ ਝੁਕਾ ਕੇ ਵੀ ਕਹਿ ਰਹੇ, ਅਭਿਮਾਨ ਨਾਲ ਨਹੀਂ ਕਹਿ ਰਹੇ। ਸਾਡਾ ਕਾਰਜਕਰਤਾ ਤਿਆਰ ਹੈ, ਸਾਡੀ ਪਾਰਟੀ ਤਿਆਰ ਹੈ ਔਰ ਸਾਡਾ ਕੈਡਰ ਤਿਆਰ ਹੈ। ਬੂਥ ਸਤਰ ਤੇ 117 ਕਾਂਸਟੀਚੁਐਂਸੀ 'ਚ ਆਪਣੇ ਕੈਡਰ ਨੂੰ ਬਿਲਕੁਲ ਅਸੀਂ ਤਿਆਰ ਕੀਤਾ ਹੋਇਆ, ਕੋਈ ਗੱਲ ਨਹੀਂ ਹੈਗੀ। ਮਾਸਟਰ ਮੋਹਨ ਲਾਲ ਜੀ, ਤੁਸੀਂ ਕਹਿ ਰਹੇ ਹੋ ਕਿ ਸਾਡਾ ਕੇਡਰ ਤਿਆਰ ਹੈ, ਸਾਡੇ ਕੋਲ 117 ਸੀਟਾਂ ਤੇ ਕੈਂਡੀਡੇਟ ਵੀ ਤਿਆਰ ਪਏ ਨੇ, ਯਾਨੀ ਕਿ ਲੱਗ ਰਿਹਾ ਸੀ ਪਹਿਲਾਂ ਤੋਂ ਹੀ ਕਿ ਅਜਿਹੇ ਹਾਲਾਤ ਬਣ ਜਾਣੇ, ਇਸ ਕਰਕੇ ਤਿਆਰੀ ਤੁਸੀਂ ਪਹਿਲਾਂ ਹੀ ਪੂਰੀ ਕਰਕੇ ਰੱਖੀ ਹੋਈ ਸੀ? ਨਹੀਂ, ਲੱਗਦਾ ਨਹੀਂ ਕਿ ਅਸੀਂ ਨਹੀਂ ਸੀ ਚਾਹੁੰਦੇ, ਬਿਲਕੁਲ ਨਹੀਂ ਅਸੀਂ ਚਾਹੁੰਦੇ ਸੀ। ਮੇਰੀ ਨਿੱਜੀ ਰਾਏ ਤਾਂ ਸੀਗੀ ਕਿ ਵੱਖਰੇ ਇਲੈਕਸ਼ਨ ਲੜਨਾ, ਪਰ ਮੇਰੀ ਨਿੱਜੀ ਰਾਏ ਪਾਰਟੀ ਦੀ ਰਾਏ ਨਹੀਂ ਬਣ ਸਕਦੀ ਸੀਗੀ। ਸਾਡੀ ਤਿਆਰੀ ਜਿਹੜੀ ਹੈ ਬੂਥ ਸਤਰ ਤੇ 117 ਸੀਟਾਂ ਤੇ ਸ਼ੁਰੂ ਤੋਂ ਹੀ ਹੈ। ਇਹ ਨਹੀਂ ਕਿ ਅਲਾਈਅੰਸ ਟੁੱਟਣ ਦੇ ਨਾਲ, ਜਦੋਂ ਗੱਠਜੋੜ ਸੀ ਉਦੋਂ ਵੀ ਸਾਡਾ ਇਹ 117 ਸੀਟਾਂ ਦੇ ਉੱਤੇ ਸਾਡਾ ਕੈਡਰ ਖੜਾ ਸੀਗਾ। ਔਰ ਤੁਸੀਂ ਇਸ ਗੱਲ ਨੂੰ ਮਹਿਸੂਸ ਕਰੋਗੇ ਆਉਣ ਵਾਲੇ ਦਿਨਾਂ 'ਚ ਕਿ ਭਾਰਤੀ ਜਨਤਾ ਪਾਰਟੀ ਇੱਕ ਬੜੀ ਉੱਭਰਦਾ ਹੋਇਆ ਸਿਤਾਰਾ ਬਣ ਕਰਕੇ ਪੰਜਾਬ ਦੀ ਰਾਜਨੀਤੀ 'ਚ ਆਏਗੀ। ਤੇ ਥੋੜੇ ਦਿਨ ਦੇ ਬੱਦਲ ਨੇ ਛੱਡ ਜਾਣੇ ਨੇ। ਤੇ ਜਿਹੜਾ ਤੁਹਾਨੂੰ ਇਹ ਸ਼੍ਰੋਮਣੀ ਅਕਾਲੀ ਦਲ ਔਰ ਕਿਸਾਨਾਂ ਦੀਆਂ ਜਥੇਬੰਦੀਆਂ ਇੱਕ ਹੋ ਕਰਕੇ ਲੱਗੀਆਂ ਨੇ, ਇਹ ਥੋੜੀ ਦੇਰ ਦੇ ਬਾਦਲ ਨੇ। ਅਸੀਂ ਕਿਸਾਨਾਂ ਦੇ ਹਿੱਤ ਚਿੰਤਕ ਹਾਂ, ਕਿਸਾਨਾਂ ਦੇ ਲਈ ਮਰਨ ਮਾਰਨ ਨੂੰ ਤਿਆਰ ਹਾਂ। ਸਾਡੇ ਨਾਲ ਬੈਠ ਕਰਕੇ ਕਿਸਾਨ ਜਥੇਬੰਦੀਆਂ ਗੱਲ ਕਰਨ, ਜੋ ਚਾਹੁੰਦੇ ਨੇ ਅਸੀਂ ਕਰਨ ਨੂੰ ਤਿਆਰ ਬੈਠੇ ਹਾਂ। ਲੇਕਿਨ ਏਡੇ ਦੂਰ ਤੱਕ ਤੁਸੀਂ ਲੱਗਦਾ ਨਹੀਂ ਸੀ ਬੈਠ ਕੇ ਜਿਹੜੀ ਗੱਲ ਹੈ ਉਹ ਹੋ ਸਕਦੀ ਸੀ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਜਲਦਬਾਜ਼ੀ 'ਚ ਫੈਸਲਾ ਲੈ ਲਿਆ, ਪਰ ਅਕਾਲੀ ਦਲ ਦਾ ਕਹਿ ਰਿਹਾ ਕਿ ਕੋਈ ਜਲਦਬਾਜ਼ੀ ਨਹੀਂ, ਬਲਕਿ ਬੜੀ ਦੇਰ ਤੋਂ ਅਸੀਂ ਇਹ ਜਿਹੜੀ ਹੈ ਕੋਸ਼ਿਸ਼ ਕਰ ਰਹੇ ਸੀ ਕਿ ਸਭ ਕੁਝ ਠੀਕ ਠਾਕ ਹੋ ਜਾਵੇ, ਪਰ ਜਦੋਂ ਕੋਈ ਸੁਣੀ ਨਹੀਂ ਗਈ ਤਾਂ ਫਿਰ ਆਖਿਰਕਾਰ ਸਾਨੂੰ ਇਹ ਫੈਸਲਾ ਲੈਣਾ ਹੀ ਪੈ ਗਿਆ। ਤਾਂ ਕੀ ਲੱਗਦਾ ਨਹੀਂ ਸੀ ਕਿ ਪੁਰਾਣਾ ਰਿਸ਼ਤਾ ਹੈ ਉਹ ਵੀ ਬਚ ਜਾਂਦਾ ਤੇ ਨਾਲ ਹੀ ਨਾਲ ਕਿਸਾਨਾਂ ਦੇ ਵਿੱਚ ਵੀ ਇੱਕ ਵਧੀਆ ਤੁਹਾਡਾ ਆਧਾਰ ਬਣਿਆ ਰਹਿੰਦਾ ਤੇ ਬੈਠ ਕੇ ਗੱਲਬਾਤ ਹੋ ਨਹੀਂ ਸਕਦੀ ਸੀ? ਇੱਕ ਹੱਥ ਤੁਸੀਂ ਵਧਾਉਂਦੇ ਅੱਗੇ। ਮੇਰੀ ਛੋਟੀ ਭੈਣ ਬਹੁਤ ਠੀਕ ਗੱਲ ਕਰ ਰਹੀ ਹੈ। ਤੁਸੀਂ ਇੰਨੀਆਂ ਚੰਗੀਆਂ ਸਿਆਣੀ ਗੱਲ ਕਰ ਰਹੇ ਹੋ। ਰਾਜਨੀਤੀ 'ਚ ਇਹ ਗੱਲਾਂ ਬੈਠ ਕੇ ਮੁਕਾਈਆਂ ਜਾ ਸਕਦੀਆਂ ਸੀਗੀਆਂ। ਦੇਖੋ ਭੈਣ ਜੀ, ਮੈਂ ਇਹ ਗੱਲ ਬੜੇ ਪ੍ਰੇਮ ਨਾਲ ਗੱਲ ਕਰ ਰਿਹਾ, ਇਹ ਗੱਲਾਂ ਬੈਠ ਕੇ ਮੁਕਾਈਆਂ ਜਾ ਸਕਦੀਆਂ ਸੀ, ਪਰ ਅਕਾਲੀ ਦਲ ਨੇ ਸੜਕਾਂ 'ਚ ਮੁਕਾਉਣ ਦੀ ਗੱਲ ਕੀਤੀ ਹੈ। ਕੋਈ ਬੈਠ ਕਰਕੇ ਟੇਬਲ ਟਾਕ ਤੇ ਥੋੜੀ ਗੱਲ ਕੀਤੀ ਹੈ। ਸਿੱਧਾ ਹੀ ਜਾ ਕਰਕੇ ਜੀ ਉਹ ਸੜਕਾਂ ਤੇ ਉਤਰ ਕਰਕੇ ਕਿਸਾਨਾਂ ਦੇ ਹੱਕ 'ਚ ਜਿਹੜੇ ਨਾਰੇ ਲਗਾਉਣੇ ਸ਼ੁਰੂ ਕਰਤੇ, ਇਹ ਵੀ ਕਹਿਣਾ ਸ਼ੁਰੂ ਕਰਤਾ ਸੀ ਮੰਬ ਮਾਰਤਾ ਮੋਦੀ ਤੇ, ਅਸੀਂ ਇਹ ਕਰਤਾ ਉਹ ਕਰਤਾ। ਸੜਕਾਂ ਦੇ ਉੱਤੇ ਥੋੜੇ ਫੈਸਲੇ ਹੁੰਦੇ ਨੇ ਰਾਜਨੀਤੀ, ਟੇਬਲ ਦੇ ਉੱਤੇ ਫੈਸਲੇ ਹੁੰਦੇ ਨੇ। ਔਰ ਸ਼੍ਰੋਮਣੀ ਅਕਾਲੀ ਦਲ ਨੂੰ ਟੇਬਲ ਦੇ ਉੱਤੇ ਬੈਠ ਕਰਕੇ ਫੈਸਲੇ ਕਰਨੇ ਚਾਹੀਦੇ ਸੀਗੇ, ਸੜਕਾਂ ਦੇ ਫੈਸਲੇ ਨਹੀਂ ਕਰਨੇ ਚਾਹੀਦੇ ਸੀਗੇ। ਸਾਡੀ ਸਾਂਝ ਬੜੀ ਪੁਰਾਣੀ 1967 ਤੋਂ ਲੈ ਕਰਕੇ ਚੱਲੇ ਆ ਇਕੱਠੇ। ਅੱਜ ਕੀ ਲੋੜਾ ਆ ਗਿਆ ਕਿ ਇੱਕਦਮ ਸ਼੍ਰੋਮਣੀ ਅਕਾਲੀ ਦਲ ਜਿਹੜੇ ਸਾਡੇ ਨੂੰ ਅਲੱਗ ਹੋ ਕਰਕੇ ਚਲੇ ਗਿਆ। ਚਲੋ ਫਿਰ ਵੀ ਸਾਨੂੰ ਕੋਈ ਮਲਾਲ ਜ਼ਰੂਰ ਹੈ, ਪਰ ਸਾਨੂੰ ਘਬਰਾਹਟ ਕੋਈ ਨਹੀਂ ਜਿਹੜੀ। ਇਹ ਤੁਹਾਨੂੰ ਦੱਸੀਏ, ਮਲਾਲ ਜ਼ਰੂਰ ਹੈ, ਆਪਣਾ ਗਠਬੰਧਨ ਟੁੱਟਿਆ, ਭਰਾ ਦੀ ਯਾਰੀ ਟੁੱਟੀ ਹੈ, ਇਹਦਾ ਮਲਾਲ ਜ਼ਰੂਰ ਹੈ, ਪਰ ਸਾਨੂੰ ਘਬਰਾਹਟ ਕੋਈ ਨਹੀਂ। ਇਹ ਬੇਨਤੀ ਹੈ ਮੇਰੀ। ਤਾਂ ਬਿਲਕੁਲ ਮਲਾਲ ਜ਼ਰੂਰ ਹੈ। ਮਨੋਰੰਜਨ ਕਾਲੀਆ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ। ਤਾਂ ਮਨੋਰੰਜਨ ਕਾਲੀਆ ਜੀ, ਜਿਸ ਤਰ੍ਹਾਂ ਕਹਿ ਰਹੇ ਨੇ ਮਾਸਟਰ ਮੋਹਨ ਲਾਲ ਕਿ ਦੁੱਖ ਤਾਂ ਜ਼ਰੂਰ ਹੈ, ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਪੁਰਾਣਾ ਰਿਸ਼ਤਾ ਸੀ, ਟੁੱਟਿਆ ਹੈ, ਤਾਂ ਦਰਦ ਤਾਂ ਜ਼ਰੂਰ ਹੈ, ਕਿਉਂਕਿ ਨੌ ਦੇ ਨਾਲੋਂ ਜਦੋਂ ਮਾਸ ਵੱਖਰਾ ਹੁੰਦਾ ਤਾਂ ਤਕਲੀਫ ਕਿੰਨੀ ਹੁੰਦੀ ਹੈ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪਰ ਕੀ ਮਨੋਰੰਜਨ ਕਾਲੀਆ ਜੀ ਕੋਸ਼ਿਸ਼ ਕੋਈ ਦੁਬਾਰਾ ਹੋਵੇਗੀ ਕਿ ਦੁਬਾਰਾ ਤੋਂ ਮਨਾ ਲਿਆ ਜਾਵੇ, ਦੁਬਾਰਾ ਤੋਂ ਇਕੱਠੇ ਆਉਣ ਦੀ ਕੋਸ਼ਿਸ਼ ਹੋਵੇਗੀ? ਦੇਖੋ ਐਸਾ ਹੈ ਕਿ ਇਹ ਚੀਜ਼ਾਂ ਕੁਝ ਚੀਜ਼ਾਂ ਹੁੰਦੀਆਂ ਕਿ ਸਮੇਂ ਤੇ ਛੱਡੀਆਂ ਜਾਂਦੀਆਂ, ਠੀਕ ਹੈ ਨਾ। ਹਾਲੇ ਤਾਂ ਉਹਨਾਂ ਨੇ ਨਿਰਣੇ ਲਿੱਤਾ ਹੈ, तो ਅੱਗੇ ਸਮੇਂ ਦੀ ਕੋਪ ਦੇ ਵਿੱਚ ਕੀ ਹੈਗਾ तो ਆਉਣ ਵਾਲਾ ਸਮੇਂ ਦੱਸੇਗਾ। ਤਾਂ ਜੇਕਰ ਮਨੋਰੰਜਨ ਕਾਲੀਆ ਜੀ ਇਹ ਖੇਤੀ ਬਿੱਲਾਂ ਦਾ ਮੁੱਦਾ ਅੱਜ ਆਇਆ ਹੈ, ਚਲੋ ਪਿਛਲੇ ਦਿਨਾਂ ਦੇ ਵਿੱਚ 2 ਮਹੀਨਿਆਂ ਦੇ ਵਿੱਚ ਕਹਿ ਸਕਦੇ ਹਾਂ ਕਿ ਜੋ ਕੁਝ ਹੋਇਆ ਸਭ ਨੇ ਦੇਖਿਆ, ਪਰ ਕੀ ਲੱਗਦਾ ਕਿ ਇਹ ਦਰਾਰ ਜੋ ਪਈ ਸੀ, ਖਟਾਸ ਜੋ ਸੀ, ਉਹ ਪਹਿਲਾਂ ਤਾਂ ਨਹੀਂ ਆਉਣੀ ਸ਼ੁਰੂ ਹੋ ਗਈ ਸੀ? ਕਿਉਂਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਕੁਝ ਹੋਇਆ ਸੀ ਦੇਖਿਆ, ਉਸ ਤੋਂ ਬਾਅਦ ਦਿੱਲੀ ਚੋਣਾਂ ਦੇ ਵਿੱਚ ਕੋਈ ਸੀਟ ਨਹੀਂ ਦਿੱਤੀ ਗਈ, ਫਿਰ ਤੁਹਾਡੇ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਅਸੀਂ ਹੁਣ ਉਹ 94-23 ਦੇ ਫਾਰਮੂਲੇ ਤੇ ਪੰਜਾਬ 'ਚ ਨਹੀਂ ਲੜਾਂਗੇ, ਅਸੀਂ ਆਪਣਾ ਕੁਨਬਾ ਵਧਾਉਣਾ ਹੈ, ਅਸੀਂ 50-50 ਦਾ ਫਾਰਮੂਲਾ ਸਾਨੂੰ ਚਾਹੀਦਾ है। नहीं ऐसा नहीं है कि जिस तक सवाल है, ठीक है श्रोमणी अकाली दल ने हरियाणा में अलग लड़िया चुनाव जोड़ा है और दिल्ली के विच भी जोड़ा है, सो उस नाते जो ये अलायंस जोड़ा सीगा क्योंकि बेसिकली ये पंजाब का स्पैसिफिक सीगा, पंजाब स्पैसिफिक सीगा। सो उस नाते असीं देखिए पुराना इतिहास है,
ਕਿਉਂਕਿ ਅਸੀਂ ਸਭ ਤੋਂ ਪਹਿਲਾਂ 1967 ਦੇ ਵਿੱਚ ਜਿਹੜੀ ਹੈਗੀ ਸੰਵਿਧਾਨਕ ਸਰਕਾਰਾਂ ਬਣੀਆਂ, ਠੀਕ ਹੈ ਜੀ। ਫਿਰ ਉਹਦੇ ਬਾਅਦ ਬਣੀਆਂ, ਫਿਰ 69-70 ਦੇ ਵਿੱਚ ਜਿਹੜਾ ਹੈਗਾ ਇਕੱਠੇ ਅਸੀਂ ਅਲਾਇੰਸ ਰਹੇ। ਫਿਰ ਹੈਗਾ ਕਿ 70 ਦੇ ਵਿੱਚ ਆਪਣਾ ਅਕਾਲੀ ਜਨਤਾ ਅਲਾਇੰਸ ਰਿਹਾ ਹੈਗਾ। ਫਿਰ 80 ਤੋਂ ਬਾਅਦ ਜਿਹੜਾ ਹੈਗਾ ਅਸੀਂ ਅਲੱਗ-ਅਲੱਗ ਲੜਦੇ ਰਹੇ। ਫਿਰ ਉਸ ਤੋਂ ਬਾਅਦ ਅਸੀਂ ਇਕੱਠੇ ਹੋ ਗਏ 1997 ਦੇ ਵਿੱਚ, ਠੀਕ ਹੈ ਨਾ ਜੀ। ਉਸ ਤੋਂ ਲੱਗ ਕੇ 1997 ਤੋਂ ਲੱਗ ਕੇ ਤੇ ਹੁਣ ਤੱਕ ਲਗਾਤਾਰ ਅਸੀਂ ਇਕੱਠੇ ਸੀਗੇ। ਸੋ ਉਹਦੇ ਵਿੱਚ ਜਿਹੜਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਰਿਜ਼ਲਟ ਲਿੱਤਾ ਹੈ। ਸੋ ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਅਗਾਂਹ ਕੀ ਹੁੰਦਾ ਇਹ ਸਮੇਂ ਦੀ ਕੋਖ ਪੈ ਜੀ। ਬਿਲਕੁਲ ਮਨੋਰੰਜਨ ਕਾਲੀਆ ਜੀ, ਤਾਂ ਫਿਲਹਾਲ ਅੱਗੇ ਕੀ ਕੁਝ ਹੁੰਦਾ ਹੈ ਕਾਫੀ ਦੇਖਣਾ ਅਹਿਮ ਹੈ। ਸ਼ੁਕਰੀਆ ਫਿਲਹਾਲ ਇਸ ਸਾਰੀ ਜਾਣਕਾਰੀ ਦੇ ਲਈ। ਮਾਸਟਰ ਮੋਹਨ ਲਾਲ ਜੁੜੇ। ਮਾਸਟਰ ਮੋਹਨ ਲਾਲ ਜੀ ਤੁਹਾਡਾ ਵੀ ਸ਼ੁਕਰੀਆ। ਤਾਂ ਬੀਜੇਪੀ ਨੂੰ ਸਿੱਧੇ ਤੌਰ ਤੇ ਅਫਸੋਸ ਤਾਂ ਜ਼ਰੂਰ ਹੈ, ਦੁੱਖ ਹੈ, ਕਹਿ ਰਹੇ ਨੇ ਕਿ ਮਲਾਲ ਤਾਂ ਜ਼ਰੂਰ ਹੈ ਸਾਨੂੰ, ਪਰ ਹੁਣ ਜੋ ਫੈਸਲਾ ਅਕਾਲੀ ਦਲ ਨੇ ਲੈ ਲਿਆ ਹੈ ਉਸ ਫੈਸਲੇ ਦੇ ਨਾਲ ਅਸੀਂ ਵੀ ਖੜੇ ਹਾਂ। ਪਰ ਇਹ ਵੀ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੁਝ ਹੋ ਸਕਦਾ ਹੈ। ਸਮੇਂ ਦੀ ਕੋਖ ਦੇ ਵਿੱਚ ਕੀ ਕੁਝ ਲੁਕਿਆ ਪਿਆ ਹੈ ਉਹ ਕੋਈ ਨਹੀਂ ਜਾਣਦਾ। ਯਾਨੀ ਕਿ ਬੀਜੇਪੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਪਰ ਅਕਾਲੀ ਦਲ ਦੇ ਵੱਲੋਂ ਕਿ ਕਿੰਨਾ ਕੁ ਹੁੰਗਾਰਾ ਭਰਿਆ ਜਾਂਦਾ ਹੈ ਇਹ ਦੇਖਣਾ ਕਾਫੀ ਅਹਿਮ ਹੋਵੇਗਾ। ਤਾਂ ਸੁਖਬੀਰ ਬਾਦਲ ਦੇ ਵੱਲੋਂ ਐਲਾਨ ਕੱਲ ਕਰ ਦਿੱਤਾ ਗਿਆ ਕਿ ਐਨਡੀਏ ਦੇ ਭਾਈਵਾਲ ਨਹੀਂ ਰਵਾਂਗੇ, ਉਸ ਸਰਕਾਰ ਦੇ ਭਾਈਵਾਲ ਨਹੀਂ ਰਵਾਂਗੇ ਜਿਹੜੀ ਪੰਜਾਬੀ ਮਾਂ ਬੋਲੀ ਦੀ ਕਦਰ ਨਹੀਂ ਕਰਦੀ, ਜਿਹੜੇ ਕਿਸਾਨਾਂ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ। ਕਈ ਦਿਨਾਂ ਚੋਂ ਮੈਂ ਲਗਾਤਾਰ ਪੰਜਾਬ ਦੇ ਵਿੱਚ ਆਪਣੇ ਵਰਕਰ ਸਾਹਿਬਾਨ ਨਾਲ ਮੀਟਿੰਗ ਕੀਤੀ, ਸਾਡੀ ਲੀਡਰਸ਼ਿਪ ਨਾਲ ਗੱਲ ਕੀਤੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਬੈਠ ਕੇ ਫੈਸਲਾ ਕੀਤਾ ਕਿ ਜਿਹੜੀ ਸਰਕਾਰ, ਸੈਂਟਰ ਦੀ ਸਰਕਾਰ, ਜਿਹੜੀ ਐਨਡੀਏ ਦੀ ਸਰਕਾਰ, ਜਿਸ ਨੇ ਆ ਜਿਹੜੇ ਤਿੰਨੇ ਆਰਡੀਨੈਂਸ ਲਿਆਂਦੇ ਹੈ ਜਿਹੜੇ ਆਪਣੇ ਪੰਜਾਬ ਵਿਰੋਧੀ ਹੈ, ਸਹੀ ਬਣੇ ਤੇ ਦੇਸ਼ ਦੇ ਕਿਸਾਨਾਂ ਦੇ ਵਿਰੋਧੀ ਹੈ, ਅਸੀਂ ਉਸ ਪਾਰਟੀ ਦੇ, ਉਸ ਐਨਡੀਏ ਦਾ ਹਿੱਸਾ ਨਹੀਂ ਹੋ ਸਕਦੇ।